सब तो पहला तो पातशाह गुरचंद सिंह जी रेतगढ़ दे वल्लों आए हुए बे ऑफ फेथ चर्च रेतगढ़ दे बहुत बड़े परिवार नूं निमरता शहर प्यार नाल भरी हुई जय मसीह दी प्रवान करना जी। सब नूं जय मसीह। धन स्वामी सतगुरु यीशु मसीह जी क्यों इस जगत दे उत्ते आए, उन्हां नूं की जरूरत सी, असी इस जगत दे विच क्यों जिंदगी नूं निभा रहे हां। कोई चाहेगा कि मैं अपने हाथां च किल गड़वा लवां, मूंह ते झुकवा लवां ते सिर ते कंडियां दा ओह रखिया जावे गुंद के, करन नूं तैयार है कोई? जे तुहानू पता होवे कि मेरे ताज रखे जाना, सिर ते मेरे कुट्टिया जाना ते मेरे लहू कट दिता जाना ते मैनू सलीब दिती जाऊगी, जीना चाहोगे तुसी फिर भी? लेकिन साडे धन स्वामी सतगुरु यीशु मसीह जी नू परमेश्वर जी ने इस करके भेजिया कि वह मारिया जावे, उहदे हत्थां च किल गड्डे जान ते उहदे मारन दे नाल उहदे लोक आजाद कीते जान। हालेलुया। मेरे अजीजो, जेकर परमेश्वर यीशु मसीह जी ना इस वक्त दे विच आउंदे कि तुसी ते मैं आजाद हो पांदे, कि शैतान सानू अज सुख दी जिंदगी जीन दे दिंदा? नहीं।
ਜਿਹੜੇ ਦਿਨ ਚੱਲ ਰਹੇ ਨੇ ਗੁੱਡ ਫਰਾਈਡੇ ਦੇ ਤੇ ਈਸਟਰ ਦੇ ਦਿਨ ਨੇ। ਗੁੱਡ ਫਰਾਈਡੇ ਕਿਹਨੂੰ ਕਿਹਾ ਜਾਂਦਾ? ਗੁੱਡ ਦਾ ਮਤਲਬ ਚੰਗਾ, ਵਧੀਆ, ਚੰਗਾ ਸ਼ੁੱਕਰਵਾਰ ਕਹਿ ਸਕਦੇ ਹਾਂ ਅਸੀਂ ਇਹਨੂੰ। ਕਿਉਂ ਗੁੱਡ ਫਰਾਈਡੇ ਹੈ? ਇੱਕ ਦੀ ਮੌਤ ਹੋ ਰਹੀ ਹੈ, ਉਹਨੂੰ ਅਸੀਂ ਗੁੱਡ ਫਰਾਈਡੇ ਕਹਿ ਰਹੇ ਹਾਂ। ਕਿਉਂ ਗੁੱਡ ਫਰਾਈਡੇ ਹੈ? ਜੇ ਉਹੀ ਹਾਦਸਾ ਸਾਡੇ ਨਾਲ ਹੋ ਜਾਵੇ, ਸਾਡੇ ਚੋਂ ਕੋਈ ਮਰ ਜਾਵੇ, ਤੇ ਅਸੀਂ ਉਹਨੂੰ ਕਹਾਂਗੇ ਚੰਗਾ ਸ਼ੁੱਕਰਵਾਰ? ਗੁੱਡ ਫਰਾਈਡੇ ਦਾ ਦਿਨ ਹੈ, ਬੋਲਦੇ ਹੋ। लेकिन जिस दिन यीशु मसीह जी मरे, ਉਹ ਦਿਨ ਨੂੰ ਕੀ ਕਿਹਾ ਜਾਂਦਾ ਹੈ? ਗੁੱਡ ਫਰਾਈਡੇ, ਚੰਗਾ ਸ਼ੁੱਕਰਵਾਰ। ਉਹ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਜੇ ਯਿਸੂ ਮਸੀਹ ਜੀ ਧਰਤੀ ਦੇ ਉੱਤੇ ਆ ਕੇ ਉਹ ਨਾ ਮਾਰੇ ਜਾਂਦੇ, ਨਾ ਤੁਸੀਂ ਆਜ਼ਾਦ ਹੋਣਾ ਸੀ, ਨਾ ਅਸੀਂ ਆਜ਼ਾਦ ਹੋਣਾ ਸੀ, ਨਾ ਇਹ ਸੰਸਾਰ ਨੇ ਆਜ਼ਾਦ ਹੋਣਾ ਸੀ। ਉਹ ਕੱਲ ਵੀ ਗੁਲਾਮ ਸੀ ਤੇ ਅੱਜ ਵੀ ਗੁਲਾਮ ਰਹਿੰਦੇ। ਪੜ੍ਹਦੇ ਬੇਟਾ ਵਚਨ ਪੜ੍ਹਦੇ ਕਿਉਂ? ਹਾਲੇਲੂਇਆ। ਹਾਂ। ਪਿਲਾਤੁਸ ਨੇ ਉਹਨਾਂ ਨੂੰ ਕਿਹਾ, ਫਿਰ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ, ਮੈਂ ਕੀ ਕਰਾਂ? ਹਾਂ, ਜਿਹੜੇ ਉੱਥੇ ਦੇ ਲੋਕ ਸੀ ਉਹ ਯਿਸੂ ਮਸੀਹ ਜੀ ਨੂੰ ਰਾਜੇ ਦੇ ਕੋਲ ਲੈ ਕੇ ਆਏ, ਪਿਲਾਤੁਸ ਦੇ ਸਾਹਮਣੇ ਲੈ ਕੇ ਆਏ। ਕੀ ਕਰ ਰਹੇ ਨੇ? ਇਹਨੂੰ ਸਲੀਬ ਦਿਓ। ਕੀ ਕਰ ਰਹੇ ਨੇ? ਇਹਨੂੰ ਸਲੀਬ ਦਿਓ। ਲੇਕਿਨ ਰਾਜਾ ਕੀ ਕਹਿ ਰਿਹਾ? ਕਹਿੰਦਾ ਮੈਂ ਤਾਂ ਇਹਦੇ ਵਿੱਚ ਕੋਈ ਦੋਸ਼ ਨਹੀਂ ਦੇਖਦਾ, ਮੈਨੂੰ ਤਾਂ ਇਹਦੇ ਵਿੱਚ ਕੋਈ ਦੋਸ਼ ਨਜ਼ਰ ਨਹੀਂ ਆਉਂਦਾ। ਲੇਕਿਨ ਉਹ ਕੀ ਕਰਦੇ ਨੇ? ਉੱਚੀ ਉੱਚੀ ਫੇਰ ਬੋਲਦੇ ਨੇ, ਨਹੀਂ ਰਾਜਾ ਇਹਨੂੰ ਸਲੀਬ ਦਿਓ। ਕੀ ਕਰਦੇ ਨੇ ਅੱਗੇ? ਉਹ ਸਭ ਬੋਲੇ ਸਲੀਬ ਦਿਓ। ਹਾਂ, ਉਹ ਸਾਰੇ ਕੀ ਬੋਲੇ? ਇਹਨੂੰ ਮੌਤ ਦਿਓ, ਇਹਦੇ ਹੱਥਾਂ 'ਚ ਕਿੱਲ ਗੱਡੋ, ਇਹਨੂੰ ਸਲੀਬ ਤੇ ਚਾੜੋ। ਮੇਰੇ ਅਜੀਜ਼ੋ, ਜਦੋਂ ਧੰਨ ਸੁਆਮੀ ਸਤਿਗੁਰੂ ਯਿਸੂ ਮਸੀਹ ਜੀ ਨੂੰ ਪਕੜਿਆ ਜਾ ਰਿਹਾ ਸੀ ਤਾਂ ਡਾਕੂ ਕੀ ਕਰ ਰਹੇ ਸੀ? ਉਹਦੇ ਛਾਂਟੇ ਲਾ ਰਹੇ ਸੀ। ਕੀ ਲਾ ਰਹੇ ਸੀ? ਉਹਦੇ ਛਾਂਟੇ ਲਗਾ ਰਹੇ ਸੀ। ਔਰ ਜਦੋਂ ਇੱਕ ਛਾਂਟਾ ਪੈਂਦਾ ਸੀ ਤਾਂ 250 ਗ੍ਰਾਮ ਮਾਸ ਨਾਲ ਲੈ ਕੇ ਆਉਂਦਾ ਸੀ, ਕਿਉਂਕਿ ਉਸ ਛਾਂਟੇ ਦੇ ਨਾਲ ਲੋਹਾ ਬਿੰਨਿਆ ਹੋਇਆ ਸੀ। ਉਹ ਚਮੜੇ ਦੇ ਨਾਲ ਲੋਹੇ ਦੀਆਂ ਪੱਟੀਆਂ ਲੱਗੀਆਂ ਹੋਈਆਂ ਸੀ। ਜਿੱਥੇ ਪੈਂਦਾ ਸੀ ਉੱਥੋਂ ਮਾਸ ਵੀ ਕੀ ਆਉਂਦਾ ਸੀ? ਉਹ ਸਾਡੇ ਧੰਨ ਸੁਆਮੀ ਸਤਿਗੁਰੂ ਯਿਸੂ ਮਸੀਹ ਨੂੰ ਪਕੜਿਆ ਗਿਆ। ਉਹ ਲੋਕ ਮਜ਼ਾਕ ਬਣਾ ਰਹੇ ਨੇ ਉਹਦਾ, ਯਹੂਦੀਆਂ ਦਾ ਰਾਜਾ ਕਹਿ ਕੇ ਉਹਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਫਿਰ ਵੀ ਪਰਮੇਸ਼ਰ ਕੀ ਕਹਿ ਰਿਹਾ ਹੈ? ਉਹਨਾਂ ਨੂੰ ਕਿਹਾ, ਫਿਰ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ, ਮੈਂ ਕੀ ਕਰਾਂ? ਹਾਂ, ਪਿਲਾਤੁਸ ਦੇ ਸਾਹਮਣੇ, ਜਦੋਂ ਰਾਜੇ ਦੇ ਸਾਹਮਣੇ ਧੰਨ ਸੁਆਮੀ ਸਤਿਗੁਰੂ ਯਿਸੂ ਮਸੀਹ ਨੂੰ ਘੜੀਸ ਕੇ ਲੈ ਕੇ ਆਇਆ ਜਾ ਰਿਹਾ ਸੀ, ਤਾਂ ਫਿਰ ਪਰਮੇਸ਼ਰ ਦੇਖ ਰਿਹਾ ਕਿ ਮੈਨੂੰ ਘੜੀਸਿਆ ਵੀ ਜਾ ਰਿਹਾ ਹੈ ਤੇ ਉਹਦਾ ਮਜ਼ਾਕ ਵੀ ਬਣਾਇਆ ਜਾ ਰਿਹਾ ਹੈ। ਔਰ ਰਾਜਾ ਉਹਦੇ ਵਿੱਚ ਕੋਈ ਦੋਸ਼ ਨਹੀਂ ਦੇਖਦਾ। ਲੇਕਿਨ ਉਹ ਲੋਕ ਕੀ ਕਹਿੰਦੇ? ਨਹੀਂ, ਇਹਨੂੰ ਸਲੀਬ ਦਿਓ। ਕੀ ਕਹਿੰਦੇ ਨੇ? ਇਹਨੂੰ ਸਲੀਬ ਦਿਓ। ਉਹ ਖਿੱਚਣ ਲੱਗ ਜਾਂਦੇ ਨੇ, ਘੜੀਸ ਕੇ ਲੈ ਕੇ ਜਾਂਦੇ ਨੇ। ਇੱਕ ਨੇ ਬਾਹਾਂ ਫੜੀਆਂ, ਉਹ ਘੜੀਸ ਕੇ ਲੈ ਕੇ ਜਾ ਰਹੇ ਨੇ, ਉਹਦੇ ਪੈਰ ਵੀ ਨੀਚੇ ਨਹੀਂ ਲੱਗਦੇ। ਤੇ ਦੋ ਨੇ ਬਾਹਾਂ ਫੜੀਆਂ ਹੋਈਆਂ ਨੇ ਤੇ ਦੋ ਪਿੱਛੋਂ ਛਾਂਟੇ ਮਾਰਨ ਲੱਗੇ ਹੋਏ ਨੇ। ਉਹ ਸਲੀਬ ਵੀ ਉਹਦੇ ਮੋਢੇ ਤੇ ਪਈ ਹੈ। ਲੋਕ ਉਹਦਾ ਮਜ਼ਾਕ ਕਰਾ ਰਹੇ ਨੇ। ਦੇਖੋ, ਉਹ ਜਿਹੜਾ 3 ਦਿਨਾਂ ਦੇ ਵਿੱਚ ਹੈਕਲ ਨੂੰ ਖੜਾ ਕਰ ਸਕਦਾ ਹੈ, ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ। ਲੋਕ ਮਜ਼ਾਕ ਕਰ ਰਹੇ ਨੇ ਉਸਦਾ। ਉਹ ਲੋਕ ਯਿਸੂ ਦਾ ਮਜ਼ਾਕ ਬਣਾ ਰਹੇ ਨੇ। ਉਹ ਅੱਜ ਵੀ ਹੁੰਦਾ, ਉਹ ਅੱਜ ਵੀ ਬਣਦਾ ਹੈ। ਜਿਹੜੇ ਭੈਣ ਭਰਾ ਕਹਿੰਦੇ ਨੇ ਨਾ ਕਿ ਪਾਸਟਰ ਜੀ ਅਸੀਂ ਗਏ ਸੀ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਭੈਣ ਭਾਈਆਂ ਨੂੰ ਕਹਿਣ ਵੀ ਚੱਲ ਮੇਰੇ ਨਾਲ ਯਿਸੂ ਦੇ ਕੋਲ, ਉਹ ਚੰਗਾ ਹੋ ਜਾਵੇਗਾ। ਉਹਨਾਂ ਨੇ ਤਾਂ ਪਾਸਟਰ ਜੀ ਮਜ਼ਾਕ ਕੇ ਬਣਾਤਾ ਸਾਡਾ। ਉਹਨਾਂ ਨੇ ਤਾਂ ਸਾਡਾ ਹੀ ਮਜ਼ਾਕ ਬਣਾਤਾ। ਉਹ ਮੈਂ ਕਿਹਾ ਭਾਈ, ਤੁਹਾਡਾ ਮਜ਼ਾਕ ਤਾਂ ਬਣਿਆ ਕਿਉਂਕਿ ਤੁਹਾਡਾ ਨਾਮ ਸਵਰਗ 'ਚ ਲਿਖਿਆ ਗਿਆ। ਹਾਲੇਲੂਇਆ।
परमेश्वर जी की कह रहे ने? ਉਹ ਸਭ ਬੋਲੇ ਸਲੀਬ ਦਿਓ, वो सारे जने की बोले की दियो? ਸਲੀਬ ਦਿਓ। वो सब जने बोले नहीं, राजा नु सलीब दियो। ਉਹਨੂੰ ਖਿੱਚਿਆ ਜਾ ਰਿਹਾ, ਉਹਦੇ ਹੱਥ ਬੰਨੇ ਜਾ ਰਹੇ ਨੇ ਇੱਕ ਬੈਂਤ ਦੇ ਨਾਲ, ਤੈਨੂੰ ਘੁੱਟਨਿਆਂ ਭਰਨੇ ਇਸ ਤਰ੍ਹਾਂ ਬਿਠਾਇਆ ਜਾ ਰਿਹਾ ਤੇ ਉਹਦੀ ਪਿੱਠ ਤੇ ਕੋੜੇ ਲਗਾਏ ਜਾ ਰਹੇ ਨੇ। ਜਦੋਂ ਉਹਦੀ ਪਿੱਠ ਤੇ ਕੋੜੇ ਲਗਾਏ ਜਾ ਰਹੇ ਨੇ ਤਾਂ ਉਹਨੂੰ ਖਿੱਚ ਕੇ ਲਿਜਾਇਆ ਜਾ ਰਿਹਾ ਹੈ। ਜਦੋਂ ਉਹਨੂੰ ਸਲੀਬ ਤੇ ਪਾਉਣ ਲੱਗੇ, ਉਹਦੇ ਹੱਥਾਂ 'ਚ ਕਿੱਲ ਕੱਢੇ ਜਾ ਰਹੇ ਨੇ। ਹੱਥਾਂ 'ਚ ਕਿੱਲ ਕੱਢ ਕੇ ਜਦੋਂ ਉਹਨੂੰ ਸਲੀਬ ਦੇ ਉੱਤੇ ਸਿੱਧਾ ਖੜਾ ਕਰ ਦਿੱਤਾ ਗਿਆ ਤਾਂ ਲੋਕ ਫੇਰ ਵੀ ਕਹਿ ਰਹੇ ਨੇ, ਉਹ ਥੱਲੇ ਉਤਰਿਆ, ਉਹ ਤੂੰ ਤਾਂ ਮੁਰਦਿਆਂ ਨੂੰ ਜਿੰਦੇ ਕਰਨ ਵਾਲਾ ਹੈ, ਉਹ ਨੀਚੇ ਆ ਜਾ, ਤੂੰ ਤਾਂ ਕੋਹੜੀਆਂ ਨੂੰ ਸ਼ੁੱਧ ਕਰਨ ਵਾਲਾ, ਫਿਰ ਆਪਣੇ ਆਪ ਨੂੰ ਬਚਾ ਕਿਉਂ ਨਹੀਂ ਲੈਂਦਾ? ਦੋ ਡਾਕੂ ਉਹਦੇ ਨਾਲ ਸਲੀਬ ਦਿੱਤੇ ਗਏ ਸੀ। ਇੱਕ ਕਹਿੰਦਾ, ਪ੍ਰਭੂ ਜੀ ਉਹ ਤੂੰ ਵੱਡੇ ਵੱਡੇ ਕੰਮ ਕੀਤੇ ਨੇ, ਉਹ ਤੂੰ ਆਪ ਵੀ ਬਚ ਜਾ ਤੇ ਮੈਨੂੰ ਵੀ ਬਚਾ ਲੈ। ਉਹ ਸ਼ੈਤਾਨ ਦੀ ਆਵਾਜ਼ ਬੋਲ ਰਿਹਾ। ਲੇਕਿਨ ਇੱਕ ਦੂਜਾ ਡਾਕੂ ਕੀ ਕਹਿੰਦਾ, ਨਹੀਂ, ਉਹ ਦੇਖ ਇਹਨੇ ਤਾਂ ਕੋਈ ਪਾਪ ਨਹੀਂ ਕੀਤਾ, ਉਹ ਜਿੱਥੇ ਅਸੀਂ ਟੰਗੇ ਗਏ ਆ ਉੱਥੇ ਇਹਨੂੰ ਵੀ ਟੰਗਿਆ ਜਾ ਰਿਹਾ ਹੈ। ਉਹ ਕਹਿੰਦਾ, ਯਿਸੂ ਮਸੀਹ ਮੈਨੂੰ ਉੱਥੇ ਰੱਖਿਓ ਜਿੱਥੇ ਤੁਸੀਂ ਹੋਵੋਗੇ। ਸੁਣੋ ਧਿਆਨ ਨਾਲ, ਉਹ ਡਾਕੂ ਕੀ ਕਹਿ ਰਿਹਾ ਹੈ? ਯਿਸੂ ਜੀ ਮੈਨੂੰ ਉੱਥੇ ਰੱਖਿਓ ਜਿੱਥੇ ਤੁਸੀਂ ਹੋਵੋਗੇ। ਉਹ ਧੰਨ ਸੁਆਮੀ ਸਤਿਗੁਰੂ ਯਿਸੂ ਮਸੀਹ ਜੀ ਕਹਿੰਦੇ, ਦੇਖ ਅੱਜ ਹੀ ਤੂੰ ਮੇਰੇ ਨਾਲ ਸਵਰਗ ਦੇ ਵਿੱਚ ਹੋਵੇਂਗਾ। ਹਾਲੇਲੂਇਆ। ਮੇਰੇ ਅਜੀਜ਼ੋ, ਜੇ ਤੁਸੀਂ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਫਿਰ ਯਿਸੂ ਦੀ ਮੌਤ ਨੂੰ ਸਵੀਕਾਰ ਕਰਨਾ ਪੈਣਾ ਤੇ ਉਹਦੇ ਨਾਲ ਮਰਨਾ ਪੈਣਾ। ਹਾਲੇਲੂਇਆ। ਤੁਹਾਨੂੰ ਘੜੀਸਿਆ ਜਾ ਰਿਹਾ ਹੈ, ਉਹਦੇ ਕੀਲਾਂ ਲਗਾਈਆਂ ਜਾ ਰਹੀਆਂ ਨੇ, ਉਹਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਜਿਹੜਾ ਉਹਦੇ ਕੱਪੜੇ ਪਾਏ ਹੋਏ ਸੀ ਉਹ ਕੱਪੜੇ ਉਤਾਰ ਕੇ ਉਹ ਗੁਣੇ ਪਾਏ ਜਾ ਰਹੇ ਨੇ। ਕੋਈ ਕਹਿ ਰਿਹਾ ਹੈ ਰਾਜੇ ਦੇ ਕੱਪੜੇ ਮੈਨੂੰ ਦਿਓ, ਇਹ ਰਾਜੇ ਦੇ ਕੱਪੜੇ ਮੈਨੂੰ ਦਿਓ। ਮਜ਼ਾਕ ਬਣਾਇਆ ਜਾ ਰਿਹਾ ਹੈ। ਉਹ ਜਦੋਂ ਉਹਨੂੰ ਸਲੀਬ ਦੇ ਉੱਤੇ ਦੇ ਦਿੱਤਾ ਗਿਆ, ਚੜਾ ਦਿੱਤਾ ਗਿਆ, ਉਹਨੂੰ ਪਾਣੀ ਦੀ ਬੜੀ ਜ਼ਰੂਰਤ ਸੀ ਤਾਂ ਲੋਕਾਂ ਨੇ ਸਿਰਕਾ ਲੈ ਕੇ ਉਹਦੇ ਮੂੰਹ ਤੇ ਲਗਾਉਣਾ ਸ਼ੁਰੂ ਕਰ ਦਿੱਤਾ। ਕੀ ਲਗਾਉਣਾ ਸ਼ੁਰੂ ਕਰ ਦਿੱਤਾ? ਉਹ ਇੱਥੋਂ ਤੱਕ ਵੀ ਮੇਰੇ ਸੁਆਮੀ ਨੇ ਜਦੋਂ ਐਨੇ ਦੁੱਖੜੇ ਚੱਲਦੇ ਹੋਏ ਦੇਖਿਆ ਤਾਂ ਕਾਲੀ ਲਹਿਰ ਆ ਗਈ। ਦੁਪਹਿਰ ਤੋਂ ਬਾਅਦ ਜਿੰਨੀ ਦੁਪਹਿਰਾ ਤਪਦਾ ਸੀ ਉਹ ਦੁਪਹਿਰਾ ਬੰਦ ਹੋ ਗਿਆ। ਉਹ ਰਾਤ ਜਿੰਨਾ ਹਨੇਰਾ ਕਰ ਦਿੱਤਾ ਮੇਰੇ ਪਰਮੇਸ਼ਵਰ ਨੇ ਉਹਦੀ ਮੌਤ ਦੇ ਦਿਨ। ਹਾਲੇਲੂਇਆ। ਉਹ ਜਦੋਂ ਰਾਤ ਜਿੰਨਾ ਹਨੇਰਾ ਹੋ ਗਿਆ ਤਾਂ ਫਿਰ ਜਦੋਂ ਪਰਮੇਸ਼ਵਰ ਨੇ ਯਿਸੂ ਮਸੀਹ ਜੀ ਨੇ ਆਪਣੀ ਜਾਨ ਦਿੱਤੀ ਤਾਂ ਇੱਕ ਗੱਲ ਕਹਿ ਕੇ ਦਿੱਤੀ ਕਿ ਹੈ ਖੁਦਾ ਇਹਨਾਂ ਲੋਕਾਂ ਨੂੰ ਮਾਫ ਕਰ ਦੇ ਕਿਉਂਕਿ ਇਹ ਨਹੀਂ ਜਾਣਦੇ ਵੀ ਇਹ ਕੀ ਕਰਦੇ ਨੇ। ਹਾਲੇਲੂਇਆ। ਜੇ ਤੁਹਾਨੂੰ ਵੀ ਕੋਈ ਸਤਾਵੇ ਤਾਂ ਤੁਸੀਂ ਇਹੀ ਕਹਿਣਾ ਕਿ ਪ੍ਰਭੂ ਮੈਂ ਇਹਨਾਂ ਭੈਣ ਭਰਾਵਾਂ ਨੂੰ ਅੱਜ ਮਾਫ ਕਰਦਾ ਕਿਉਂਕਿ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਨੇ ਧੰਨ ਸੁਆਮੀ ਸਤਿਗੁਰੂ ਯਿਸੂ ਮਸੀਹ ਜੀ ਸਲੀਬ ਤੇ ਨੇ ਉਹ ਸਭ ਨੂੰ ਮਾਫ ਕਰਕੇ ਗਏ ਨੇ। ਜਿਨ੍ਹਾਂ ਨੇ ਉਹਦੇ ਹੱਥਾਂ 'ਚ ਕਿੱਲ ਕੱਢੇ ਨੇ ਉਹਨੂੰ ਵੀ ਮਾਫ ਕਰਕੇ ਗਏ ਨੇ। ਕੀ ਅੱਜ ਅਸੀਂ ਮਾਫ ਕਰਦੇ ਆ? ਜੇ ਸਾਡੇ ਕੋਈ ਇੱਕ ਗੱਲ ਤੇ ਚਪੇੜ ਮਾਰਦਾ ਅਸੀਂ ਗਰਦਨ ਵੱਢਣ ਤੱਕ ਜਾਣਾ ਵੀ ਤੇਰੀ ਹਿੰਮਤ ਕਿਵੇਂ? ਬੋਲਦੇ ਹੋ ਕੀ ਅਸੀਂ ਮਾਫ ਕਰਦੇ ਆ ਕਿਸੇ ਨੂੰ? ਤਾਂ ਪਰਮੇਸ਼ਵਰ ਜੀ ਨੇ ਜਦੋਂ ਸਲੀਬ ਦੇ ਉੱਤੇ ਆਪਣੇ ਪ੍ਰਾਣ ਤਿਆਗਨੇ ਸੀ ਤਾਂ ਇੱਕ ਲਫ਼ਜ਼ ਬੋਲ ਕੇ ਗਏ ਕਿ everything is finished। सब कुछ पूरा होया। हालेलुया। सब कुछ पूरा होया। किदे नाल?
ਯਿਸੂ ਮਸੀਹ ਦੇ ਜਾਨ ਦੇ ਨਾਲ, ਯਿਸੂ ਮਸੀਹ ਦੀ ਸਲੀਬੀ ਮੌਤ ਦੇ ਨਾਲ, ਯਿਸੂ ਮਸੀਹ ਦੇ ਤਸੀਹੇ ਚੱਲਣ ਦੇ ਨਾਲ ਉਹ ਸਭ ਕੁਝ ਪੂਰਾ ਕਰ ਗਿਆ। ਉਹਨੂੰ ਪਤਾ ਸੀ ਕਿ ਮੈਨੂੰ ਮਾਰ ਦਿੱਤਾ ਜਾਊਗਾ, ਮੈਨੂੰ ਸਲੀਬ ਦਿੱਤਾ ਜਾਊਗਾ। ਉਹ ਫੇਰ ਵੀ ਧਰਤੀ ਦੇ ਉੱਤੇ ਰਹਿ ਕੇ ਤੇ ਆਪਣੀ ਮਾਨਵ ਜਾਤੀ ਨੂੰ ਬਚਾਉਣ ਦੇ ਲਈ ਆਪਣੇ ਸਰੀਰ ਦੀ ਪਰਵਾਹ ਤੱਕ ਨਹੀਂ ਕੀਤੀ। ਉਹ ਜਦੋਂ ਲਟ ਗਿਆ ਪਿਆ ਸਲੀਬ ਦੇ ਉੱਤੇ, ਉਹ ਮੇਰੇ ਭੈਣੋ ਤੇ ਭਰਾਵੋ, ਉਹਨਾਂ ਲੋਕਾਂ ਨੇ ਉਦੋਂ ਵੀ ਤਰਸ ਨਹੀਂ ਕੀਤਾ। ਜਿਹੜੇ ਰਾਜੇ ਦੇ ਨੌਕਰ ਸੀ ਉਹ ਮਰੇ ਪਏ ਦੇ ਵੀ ਛੁਰੇ ਕੱਟ ਕੇ ਦੇਖ ਰਹੇ ਨੇ। ਉਹ ਦੇਖੋ ਕਿਤੇ ਇਹ 'ਚ ਜਾਨ ਤਾਂ ਨਹੀਂ ਹੈਗੀ, ਕਿਤੇ ਇਹ ਤੜਫਦਾ ਤਾਂ ਨਹੀਂ ਹੈਗਾ। ਉਹ ਜਦੋਂ ਛੁਰੇ ਕੱਟ ਕੇ ਦੇਖ ਰਹੇ ਨੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣੇ ਮਰ ਗਿਆ। ਉਹ ਮਰਿਆ ਤਾਂ ਸੀ ਕਿਉਂਕਿ ਉਹ ਸਭ ਕੁਝ ਪੂਰਾ ਕਰਕੇ ਗਿਆ ਸੀ ਸਾਡੇ ਲਈ। ਹਾਲੇਲੂਇਆ। ਮੇਰੇ ਪਿਆਰਿਓ, ਜਦੋਂ ਉਹਦੀ ਜਾਨ ਨਿਕਲੀ ਤਾਂ ਯੂਸੁਫ ਨੇ ਕੀ ਕਿਹਾ? ਉਹ ਰਾਜੇ ਦੇ ਸਾਹਮਣੇ ਗਿਆ, ਕਹਿੰਦਾ ਜੀ ਮੈਂ ਇਹਦੀ ਲੋਥ ਨੂੰ ਲੈਣਾ ਚਾਹੁੰਦਾ ਹਾਂ। ਉਹ ਕਹਿੰਦਾ ਚੱਲ ਲੈ ਜਾ, ਹੁਣ ਮਰਤਾ ਗਿਆ। ਉਹ ਲੋਥ ਲੈ ਕੇ ਉਹਨੇ ਇੱਕ ਵਧੀਆ ਕਬਰ ਜਿਹੜੀ ਪੱਥਰ ਦੇ ਵਿੱਚ ਘੜੀ ਗਈ ਸੀ, ਜਿਹੜੀ ਅੱਜ ਤੱਕ ਮਸ਼ਹੂਰ ਹੈ, ਉਸ ਪੱਥਰ ਦੇ ਵਿੱਚ ਜਾ ਕੇ ਉਹਨੂੰ ਵਧੀਆ ਵਸਤਰਾਂ ਦੇ ਨਾਲ ਉਹਨੂੰ ਜਦੋਂ ਲਗਾਇਆ, ਉਸ ਕਬਰ ਦੇ ਵਿੱਚ ਰੱਖਿਆ ਤਾਂ ਪੱਥਰ ਲਗਾ ਦਿੱਤਾ ਗਿਆ। ਉਹ ਲੋਕਾਂ ਨੂੰ ਇੱਥੋਂ ਤੱਕ ਵੀ ਸ਼ੱਕ ਹੋ ਗਿਆ। ਰਾਜੇ ਦੇ ਜਿਹੜੇ ਨੌਕਰ ਸੀ ਉਹ ਕੀ ਕਹਿਣ ਲੱਗੇ? ਕਹਿੰਦੇ ਰਾਜਾ ਉਹ ਤਾਂ ਵਾਅਦਾ ਕਰਕੇ ਗਿਆ ਕਿ ਮੈਂ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਕੀ ਹੋ ਜਾਵਾਂਗਾ? ਜ਼ਿੰਦਾ ਹੋ ਜਾਵਾਂ। ਬੋਲਦੇ ਹੋ ਕੀ ਹੋ ਜਾਵਾਂਗਾ? ਉਹ ਤਾਂ ਵਾਅਦਾ ਕਰਕੇ ਗਿਆ ਕਿ ਮੁਰਦਿਆਂ ਦੇ ਵਿੱਚੋਂ ਜੀ ਉਠਾਂਗਾ। ਜੇ ਤੁਹਾਡਾ ਹੁਕਮ ਹੋਵੇ ਅਸੀਂ ਉਸ ਕਬਰ ਦੇ ਉੱਤੇ ਪਹਿਰਾ ਦੇ ਦੇਈਏ, ਕਿਤੇ ਨਿਕਲੇ ਨਾ ਆਵੇ, ਕਿਤੇ। ਸਾਰੇ ਬੋਲੋ ਹਾਲੇਲੂਇਆ। ਕਿਤੇ ਨਿਕਲੇ ਨਾ ਆਵੇ। ਤਾਂ ਰਾਜਾ ਕਹਿੰਦਾ ਚਲੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਦਾਂ ਕਰ ਲਓ, ਦੇ ਦਿਓ ਪਹਿਰਾ। ਜਦੋਂ ਸਬਤ ਦਾ ਪਹਿਲਾ ਦਿਨ ਆਇਆ ਤਾਂ ਜਦੋਂ ਮਰੀਅਮ ਮਗਦਲੀਨੀ ਉਸ ਜਗ੍ਹਾ ਦੇ ਉੱਤੇ, ਉਸ ਕਬਰ ਦੇ ਉੱਤੇ ਆ ਕੇ ਦੇਖੀ ਤਾਂ ਇੱਕ ਤੂਫਾਨ ਆਇਆ। ਕੀ ਆਇਆ? ਇੱਕ ਤੂਫਾਨ ਆਇਆ ਜਿਹੜਾ ਰਾਤ 12 ਵਜੇ ਇਸ ਜਗ੍ਹਾ ਤੇ ਆਇਆ ਸੀ। ਜਿਹੜੇ ਮੇਰੇ ਨਾਲ ਸੀ ਉਹਨਾਂ ਨੇ ਦੇਖਿਆ ਤੂਫਾਨ। ਹਾਲੇਲੂਇਆ। ਤਾਂ ਇੱਕ ਤੂਫਾਨ ਆਇਆ, ਜਿਹੜੇ ਤੂਫਾਨ ਦੇ ਵਿੱਚ ਉਹ ਕਬਰ ਦਾ ਦਰਵਾਜ਼ਾ ਹਟ ਗਿਆ। ਹਾਲੇਲੂਇਆ। ਕੀ ਹੋ ਗਿਆ? ਕਬਰ ਦਾ ਦਰਵਾਜ਼ਾ। ਉਹ ਜਦੋਂ ਕਬਰ ਦਾ ਦਰਵਾਜ਼ਾ ਹਟਿਆ ਉਸੇ ਟਾਈਮ ਸਵਰਗੀ ਦੂਤ ਬੋਲਦੇ ਨੇ ਕਿ ਕਿਹਨੂੰ ਭਾਲਦੇ ਹੋ? ਕੀ? ਹਾਲੇਲੂਇਆ। ਪੜ੍ਹਦੇ ਬੇਟਾ ਵਚਨ ਪੜ੍ਹਦੇ। ਮੱਤੀ ਦੀ ਇੰਜੀਲ ਉਹਦੀ 28 ਅਧਿਆਏ ਉਹਦੀ 2 ਤੋਂ ਲੈ ਕੇ 6 ਤੱਕ। 28। और देखो एक बड़ा भूचाल आया। की आया? एक बड़ा भूचाल आया। इसलिए जो प्रभु दा दूत आकाशों उतरिया। प्रभु दा दूत किथों उतरिया? आकाश जो उतरिया। इस जगह ते भी स्वर्गी दूतां दी फौजां उठियां होईयां ने। हालेलुया। ਇਹ ਉਸ ਜਗ੍ਹਾ ਤੇ ਉਤਰਦੇ ਨੇ ਜਿਹੜੀ ਜਗ੍ਹਾ ਯਿਸੂ ਦੇ ਨਾਮ ਦੇ ਵਿੱਚ ਪਵਿੱਤਰ ਹੋ ਜਾਂਦੀ ਹੈ। ਹਾਲੇਲੂਇਆ। ਮੇਰੇ ਅਜੀਜ਼ੋ, ਇਹ ਨਾ ਕਿਹਾ ਕਰੋ ਕਿ ਪਾਸਟਰ ਜੀ ਸਾਨੂੰ ਵਿੱਚੋਂ ਗੁੱਸੇ ਹੋ ਜਾਂਦੇ ਨੇ। ਗੁੱਸੇ ਪਾਸਟਰ ਨਹੀਂ ਹੁੰਦਾ, ਉਹ ਪਵਿੱਤਰ ਆਤਮਾ ਨੂੰ ਚੰਗਾ ਨਹੀਂ ਲੱਗਦਾ। ਜੋ ਅਸੀਂ ਕਈ ਵਾਰੀ ਇਹ ਗਲਤੀਆਂ ਛੋਟੀਆਂ ਛੋਟੀਆਂ ਕਰ ਦਿੰਦੇ ਆ, ਉਹ ਪਵਿੱਤਰ ਆਤਮਾ ਨੂੰ ਚੰਗਾ ਨਹੀਂ ਲੱਗਦਾ। ਹਾਲੇਲੂਇਆ। ਅੱਗੇ ਬੇਟਾ। और नेड़े आन के उस पत्थर नु रेड़ के लाभे कर दिता। स्वर्गी दूत ने की कर दिता? पत्थर नु रेड़ के। ਹੁਣ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੱਡੇ ਮਰਜ਼ੀ ਪੱਥਰ ਨੇ, ਅੱਜ ਉਹ ਰਿੜਨਗੇ, ਪਾਸੇ ਹੋਣਗੇ, ਤੁਹਾਨੂੰ ਬਲੇਸਿੰਗ ਮਿਲਣਗੀਆਂ ਯਿਸੂ ਦੇ ਨਾਮ ਦੇ ਵਿੱਚ। ਆਮੀਨ। ਤਾਂ ਉਹ ਸਵਰਗੀ ਦੂਤ ਨੇ ਉਹ ਪੱਥਰ ਨੂੰ ਰੇੜ ਕੇ ਸਾਈਡ ਤੇ ਕਰ ਦਿੱਤਾ ਤੇ ਬੋਲਿਆ ਅੱਗੇ, ਅਰੇ ਉਸ ਉੱਤੇ ਬਹਿ ਗਿਆ। ਹਾਂ, ਪੱਥਰ ਦੇ ਉੱਤੇ ਕੀ ਹੋ ਗਿਆ? ਹੁਣ ਬੈਠਾ ਬੈਠਾ ਕੁਝ ਬੋਲ ਰਿਹਾ। ਹਾਂਜੀ,
ਉਹਦਾ ਰੂਪ ਬਿਜਲੀ ਵਰਗਾ ਔਰ ਉਹਦਾ ਬਸਤਰ ਬਰਫ਼ ਜਿਹਾ ਚਿੱਟਾ ਸੀ। ਹਾਂ, ਸਵਰਗਦੂਤ ਬਰਫ਼ ਵਰਗਾ ਚਿੱਟਾ ਸੀ। ਅੱਗੇ ਉਹ ਅਤੇ ਉਹਦੇ ਪੈਂਦੇ ਮਾਰੇ ਰੱਖੇ ਹਾਂ ਕੰਬ ਉੱਠੇ ਅਤੇ ਮੁਰਦੇ ਵਾਂਝੂ ਹੋ ਗਏ। ਹਾਂ, ਜਿਹੜੇ ਉਹਦੇ ਰਾਖੇ ਬਿਠਾਏ ਹੋਏ ਸੀ, ਰਾਜੇ ਦੇ ਰਾਖੇ ਬੈਠੇ ਸੀ ਨਾ, ਉਹ ਫਿਰ ਮੁਰਦੇ ਵਾਂਗੂ ਹੋ ਗਏ, ਮੁਰਦੇ ਵਾਂਗੂ ਸੌਂ ਗਏ। ਜਦੋਂ ਉਹਦਾ ਭੁਚਾਲ ਆਇਆ ਤੇ ਕਬਰ ਤੋਂ ਪੱਥਰ ਹਟਾਇਆ ਗਿਆ। ਅੱਗੇ ਪਰ ਦੂਤ ਨੇ ਅੱਗੋਂ ਤੀਵੀਆਂ ਨੂੰ ਕਿਹਾ, ਤੁਸੀਂ ਨਾ ਡਰੋ। ਹਾਂ, ਕਿੰਨਾ ਭੈਣਾਂ ਨੂੰ ਕਿਹਾ ਜਿਹੜੀਆਂ ਉਹਦੀ ਕਬਰ ਦੇ ਵੱਲ ਜਾ ਰਹੀਆਂ ਸੀ, ਉਹਨਾਂ ਭੈਣਾਂ ਨੂੰ ਕਿਹਾ ਕਿ ਤੁਸੀਂ ਨਾ ਡਰੋ। ਬੋਲੋ ਬੋਲੋ, ਤੁਸੀਂ ਹੁਣ ਤੁਸੀਂ ਡਰੋਗੇ ਕਿਸੇ ਤੋਂ? ਸਵਰਗੀ ਦੂਤ ਕੀ ਕਹਿ ਰਿਹਾ ਤੁਹਾਨੂੰ ਕਿ ਕਿਸੇ ਤੋਂ? ਅੱਜ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਜਿਹੜੇ ਵਿਸ਼ਵਾਸ ਕਰਦੇ ਨੇ ਕਿ ਮੇਰੇ ਨਾਲ ਸਵਰਗੀ ਦੂਤ ਇਸ ਜਗ੍ਹਾ ਤੋਂ ਜਾਣਗੇ ਮੇਰੇ ਘਰ ਤੱਕ, ਉਹ ਡਰਨਗੇ ਨਹੀਂ, ਉਹ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਗੇ। ਹਾਲੇਲੂਇਆ। ਤਾਂ ਸਵਰਗੀ ਦੂਤ ਕੀ ਕਹਿ ਰਿਹਾ ਉਹਨਾਂ ਭੈਣਾਂ ਨੂੰ? ਡਰੋ ਨਾ। ਅੱਗੇ ਕਿਉਂਕਿ ਮੈਂ ਜਾਣਦਾ ਹਾਂ। ਸਵਰਗੀ ਦੂਤ ਕੀ ਕਹਿ ਰਿਹਾ? ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚਾੜਿਆ ਗਿਆ ਸੀ, ਜਿਹੜਾ ਸਲੀਬ ਦੇ ਉੱਤੇ ਕੀ ਹੋ ਗਿਆ ਸੀ? ਚਾੜਿਆ ਗਿਆ ਸੀ, ਭਾਲਦੀਆਂ ਹੋ। ਹਾਲੇਲੂਇਆ। ਸਵਰਗੀ ਦੂਤ ਕੀ ਕਹਿ ਰਿਹਾ? ਕਹਿੰਦਾ ਡਰੋ ਨਾ, ਉਹ ਮੈਨੂੰ ਪਤਾ ਹੈ ਕਿ ਤੁਸੀਂ ਉਹ ਯਿਸੂ ਨੂੰ ਲੱਭਦੇ ਫਿਰਦੇ ਹੋ, ਜਿਹੜਾ ਯਿਸੂ ਸਲੀਬ ਤੇ ਚੜਾਇਆ ਸੀ। ਕਿਹੜੇ ਯਿਸੂ ਨੂੰ? ਜਿਹੜਾ ਯਿਸੂ ਸਲੀਬ ਤੇ ਚਾੜਿਆ ਗਿਆ ਸੀ। ਬੋਲੋ ਬੋਲੋ, ਕਿਹੜੇ ਯਿਸੂ ਨੂੰ? ਸਾਰੇ ਜਣੇ ਬੋਲੋ। ਜਿਹੜੇ ਯਿਸੂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਅੱਜ ਬੋਲਣਗੇ, ਉਹ ਯਿਸੂ ਨੂੰ। ਸਵਰਗੀ ਦੂਤ ਕੀ ਕਹਿ ਰਿਹਾ? ਉਹ ਯਿਸੂ ਨੂੰ ਭਾਲਣ ਆਇਓ ਜਿਹੜਾ ਸਲੀਬ ਤੇ ਚੜਿਆ ਗਿਆ ਸੀ। ਕੌਣ ਕੌਣ ਭਾਲਣ ਆਇਆ? ਜਿਨ੍ਹਾਂ ਦੇ ਹੱਥ ਹੋਣਗੇ ਤਾਂ ਯਿਸੂ ਫੜੇਗਾ ਉਹਨਾਂ ਦੀ। ਪਰਮੇਸ਼ਰ ਦਾ ਦਾਸ, ਪਰਮੇਸ਼ਰ ਦਾ ਸਵਰਗੀ ਦੂਤ ਕੀ ਬੋਲਦਾ? ਕਹਿੰਦਾ ਜਿਹੜੇ ਯਿਸੂ ਨੂੰ ਤੁਸੀਂ ਭਾਲਣ ਆਇਓ, ਅੱਗੇ ਉਹ ਇੱਥੇ ਹੈ ਹੀ ਨਹੀਂ। ਉਹ ਤਾਂ ਇੱਥੇ ਹੈ ਨਹੀਂ, ਕਿਉਂਕਿ ਜਿਵੇਂ ਉਸਨੇ ਕਿਹਾ ਸੀ ਉਹ ਜੀ ਉੱਠਿਆ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਯਿਸੂ ਮਸੀਹ ਦੇ ਨਾਮ ਕੀ। ਮੇਰੇ ਅਜ਼ੀਜ਼ੋ, ਸਵਰਗੀ ਦੂਤ ਬੋਲ ਰਹੇ ਇਸ ਜਗ੍ਹਾ ਤੇ। ਸਵਰਗੀ ਦੂਤ ਕਿਹਨਾਂ ਦੇ ਨਾਲ? ਜਿਹੜੇ ਯਿਸੂ ਨੂੰ ਪਿਆਰ ਕਰਦੀਆਂ ਸੀ ਭੈਣਾਂ, ਉਹ ਜਾ ਰਹੀਆਂ ਨੇ ਕਬਰ ਦੇ ਵੱਲ, ਤੇ ਸਵਰਗੀ ਦੂਤ ਕਹਿ ਰਿਹਾ, ਉਹ ਨਹੀਂ, ਮੈਨੂੰ ਪਤਾ ਹੈ ਤੁਸੀਂ ਯਿਸੂ ਨੂੰ ਭਾਲਦੀ ਹੋ। ਉਹਨਾਂ ਨੇ ਡਰਦੀਆਂ ਨੇ ਕਿਹਾ, ਹਾਂਜੀ ਅਸੀਂ ਦੇਖਣ ਆਏ ਹਾਂ ਯਿਸੂ ਨੂੰ। ਉਹ ਕਹਿੰਦਾ ਉਹ ਇੱਥੇ ਹੈ ਨਹੀਂ, ਉਹਨੇ ਵਾਅਦਾ ਕੀਤਾ ਸੀ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇਗਾ। ਉਹ ਜੀ ਉੱਠ ਚੁੱਕਿਆ। ਹਾਲੇਲੂਇਆ। ਉਹ ਜ਼ਿੰਦਾ ਹੋ ਚੁੱਕਿਆ। ਉਹ ਅੱਜ ਵੀ ਜਿੰਦਾ ਹੈ। ਜੇ ਜਿੰਦਾ ਸੀ ਤਾਂ ਉਸ ਭੈਣ ਦੇ ਹੱਥਾਂ ਨੂੰ ਸਪਰਸ਼ ਕੀਤਾ ਯਿਸੂ ਨੇ, ਤਾਂ ਉਹ ਭੈਣ ਨੇ ਗਵਾਹੀ ਦੇਖੀ ਹੈ ਕਿ ਮੇਰੇ ਅੱਗੇ ਮੇਰਾ ਯਿਸੂ ਖੜਿਆ ਸੀ, ਉਸੇ ਤਰ੍ਹਾਂ ਜਿੱਦਾਂ ਉਹਨੂੰ ਸਲੀਬ ਦਿੱਤੀ ਗਈ ਸੀ। ਹਾਲੇਲੂਇਆ। ਉਹ ਜਿੰਦਾ ਹੈ, ਉਹ ਤੁਹਾਡੇ ਨਾਲ ਹੈ ਅੱਜ। ਹਾਲੇਲੂਇਆ। ਉਹ ਤੁਹਾਨੂੰ ਕਦੇ ਵੀ ਇਕੱਲਿਆਂ ਨਹੀਂ ਛੱਡੇਗਾ। ਉਹ ਕਦੇ ਵੀ ਇਕੱਲਿਆਂ ਨਹੀਂ ਛੱਡੇਗਾ। ਅੱਗੇ ਵਚਨ ਪੜ੍ਹਦੇ ਹੋ। ਆਓ ਇਹ ਥਾਂ ਦੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ। ਹਾਂ, ਸਵਰਗੀ ਦੂਤ ਕਹਿੰਦਾ ਆਜੋ ਫਿਰ ਤੁਹਾਨੂੰ ਮੈਂ ਉਸ ਜਗ੍ਹਾ ਦਿਖਾਣਾ ਜਿੱਥੇ ਯਿਸੂ ਮਸੀਹ ਜੀ ਪਏ ਹੋਏ ਸੀ। ਅੱਗੇ ਉਹ ਅਰ ਛੇਤੀ ਜਾ ਕੇ ਉਹਦੇ ਚੇਲਿਆਂ ਨੂੰ ਆਖੋ, ਭਾਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਹਾਲੇਲੂਇਆ। ਸਵਰਗੀ ਦੂਤ ਕਹਿ ਰਹੇ ਨੇ, ਕਹਿੰਦਾ ਜਾਓ ਯਿਸੂ ਦੇ ਚੇਲਿਆਂ ਨੂੰ ਕਹਿ ਦੋ ਕਿ ਯਿਸੂ ਮਸੀਹ ਜ਼ਿੰਦਾ ਹੋ ਚੁੱਕੇ ਨੇ। ਹਾਲੇਲੂਇਆ। ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਉਹ ਸਾਡਾ ਬਾਪ ਮੁਰਦਾ ਨਹੀਂ ਹੈ ਜਿਹੜਾ ਸਾਡੀ ਆਵਾਜ਼ ਨਹੀਂ ਸੁਣੇਗਾ। ਉਹ ਸਾਡਾ ਯਿਸੂ ਜਿੰਦਾ ਹੈ, ਜਿੰਦਾ ਸੀ ਔਰ ਜਿੰਦਾ ਰਹੇਗਾ। ਹਾਲੇਲੂਇਆ। ਉਹ ਕੱਲ ਵੀ ਸਾਡੀ ਆਵਾਜ਼ ਸੁਣਦਾ ਸੀ, ਉਹ ਅੱਜ ਵੀ ਸਾਡੀ ਆਵਾਜ਼ ਸੁਣਦਾ ਹੈ ਔਰ ਸੁਣਦਾ ਹੀ ਰਹੇਗਾ। ਹਾਲੇਲੂਇਆ। ਮੇਰੇ ਅਜ਼ੀਜ਼ੋ, ਕਿੰਨਾ ਖੁਸ਼ੀਆਂ ਦਾ ਦਿਨ ਹੈ ਕਿ ਪਰਮੇਸ਼ਵਰ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਜੀ ਉੱਠਿਆ। ਇਹੀ ਵਚਨ ਪੜ੍ਹਦੇ ਬੇਟਾ, 19 ਪੜ੍ਹਦੇ, 28 ਦੀ 19। ਫਿਰ ਉਹ 11 ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ। ਯਿਸੂ ਮਸੀਹ ਜੀ ਕੀ ਕਹਿ ਰਹੇ ਨੇ?
ਬੋਲਦੇ ਹੋ ਸਾਰੀਆਂ ਕੌਮਾਂ ਨੂੰ ਕੀ ਬਣਾਓ ਚੇਲੇ ਬਣਾਓ ਹਾਂ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਕਾਹਦੇ ਵਿੱਚ ਅੱਗੇ ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਜੀ ਨੇ ਜਿੰਦੇ ਹੋ ਕੇ ਇੱਕ ਹੁਕਮ ਪੈਦਾ ਕੀਤਾ ਹੈ, ਪੂਰਾ ਕਰੋਗੇ ਤੁਸੀਂ। ਜਿਹੜੇ ਯਿਸੂ ਦੇ ਨਾਲ ਸਦਾ ਲਈ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਨੇ ਉਹ ਪੂਰਾ ਜ਼ਰੂਰ ਕਰਨਗੇ। ਸਵਰਗੀ ਦੂਤ ਕੀ ਕਹਿ ਰਹੇ ਹੈ? ਕਹਿੰਦੇ ਦੇਖੋ ਜਿਹੜੇ ਯਿਸੂ ਨੂੰ ਤੁਸੀਂ ਭਾਲਦੀਆਂ ਹੋ ਉਹ ਜਿੰਦਾ ਹੋ ਚੁੱਕਿਆ ਹੈ। ਉਹਨੇ ਵਾਅਦਾ ਕੀਤਾ ਸੀ ਕਿ ਮੈਂ ਮੁਰਦਿਆਂ ਦੇ ਵਿੱਚੋਂ ਤੀਸਰੇ ਦਿਨ ਜਿੰਦਾ ਹੋ ਜਾਵਾਂਗਾ। ਉਹ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ, ਲੇਕਿਨ ਉਹਨੇ ਇੱਕ ਹੁਕਮ ਦਿੱਤਾ ਹੈ। ਕੀ ਦਿੱਤਾ? ਕਹਿੰਦਾ ਜਾਓ ਸਾਰੀਆਂ ਕੌਮਾਂ ਨੂੰ ਮੇਰਾ ਸੁਸਮਾਚਾਰ ਸੁਣਾਓ ਕਿ ਮੈਂ ਜਿੰਦਾ ਹੋ ਗਿਆ। ਹਾਲੇਲੂਇਆ। ਕੀ ਹੋ ਗਿਆ? ਮੈਂ ਜਿੰਦਾ ਹੋ ਗਿਆ। ਜਾਓ ਸਾਰੀਆਂ ਕੌਮਾਂ ਨੂੰ ਸੁਸਮਾਚਾਰ ਸੁਣਾਓ ਕਿ ਮੈਂ ਜਿੰਦਾ ਹੋ ਗਿਆ, ਔਰ ਉਹਨਾਂ ਨੂੰ ਪੁੱਤਰ ਪਿਤਾ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਦੇ ਕੇ ਉਹਨਾਂ ਨੂੰ ਮੇਰੇ ਚੇਲੇ ਬਣਾ ਲਿਓ। ਹਾਲੇਲੂਇਆ। ਮੇਰੇ ਅਜੀਜ਼ੋ, ਜੇ ਅੱਜ ਅਸੀਂ ਇਹ ਹੁਕਮ ਨੂੰ ਲੈ ਕੇ ਜਾਵਾਂਗੇ ਤਾਂ ਉਹਨਾਂ ਦੇ ਲਈ ਜਿਹੜੇ ਹੁਕਮ ਨੂੰ ਪੂਰਾ ਕਰਨਗੇ ਉਹਨਾਂ ਦੇ ਲਈ ਯਿਸੂ ਜਿੰਦਾ ਹੈ ਤੇ ਜਿੰਦਾ ਰਹੇਗਾ, ਔਰ ਜਿਹੜੇ ਹੁਕਮ ਨੂੰ ਪੂਰਾ ਨਹੀਂ ਕਰਦੇ ਉਹਨਾਂ ਲਈ ਯਿਸੂ ਮੁਰਦਾ ਸੀ ਤੇ ਮੁਰਦਾ। ਯਿਸੂ ਨੂੰ ਜਿੰਦਾ ਦੇਖਣਾ ਵੀ ਤੁਹਾਡੇ ਹੱਥ ਵਿੱਚ ਹੈ, ਯਿਸੂ ਨੂੰ ਮੁਰਦਾ ਦੇਖਣਾ ਵੀ ਤੁਹਾਡੇ। ਮੈਂ ਤਾਂ ਜਿੰਦਾ ਦੇਖਿਆ। ਹਾਲੇਲੂਇਆ। ਮੈਂ ਜਿੰਦਾ ਦੇਖਿਆ। ਜਦੋਂ ਵਰਤਾਂ ਦੇ ਵਿੱਚ ਡੇ ਨਾਈਟ ਦੇ ਫਾਸਟਿੰਗ ਦੇ ਵਿੱਚ ਇਹ ਸਰੀਰ ਦੀ ਜਾਨ ਨਿਕਲਦੀ ਹੈ ਨਾ ਤਾਂ ਭੁੱਖ ਕਹਿੰਦੇ ਕੁਛ ਖਾ ਲੈ, ਤੇ ਆਤਮਾ ਕਹਿੰਦਾ ਵੀ ਨਹੀਂ ਹੁਣ ਤਾਂ ਚਾਹੇ ਜਾਨ ਨਿਕਲ ਜੇ ਖਾਣਾ ਨਹੀਂ। ਫਿਰ ਵਚਨ ਯਾਦ ਆਉਂਦੇ, ਫਿਰ ਬੋਲਦੇ ਕਿ ਯਿਸੂ ਮਸੀਹ ਇਹ ਸਰੀਰ ਰੋਟੀ ਤੇ ਪਾਣੀ ਨਾਲ ਨਹੀਂ, ਇਹ ਤੇਰੇ ਦਿੱਤੇ ਹੋਏ ਇੱਕ ਵਚਨ ਦੇ ਨਾਲ ਜਿੰਦਾ ਰਹਿੰਦਾ। ਹਾਲੇਲੂਇਆ। ਮੇਰੇ ਪਿਆਰਿਓ, ਫਿਰ ਪਤਾ ਲੱਗਦਾ ਕਿ ਸਾਡੇ ਲਈ ਯਿਸੂ ਜਿੰਦਾ ਹੈ ਜਾਂ ਮੁਰਦਾ ਹੈ। ਹਾਲੇਲੂਇਆ। ਅੱਜ ਜਿੰਦਾ ਯਿਸੂ ਨੂੰ ਕੌਣ ਘਰ ਲੈ ਕੇ ਜਾਏਗਾ? ਥੈਂਕ ਯੂ ਫਾਦਰ। ਆ ਜਾਓ ਫਿਰ ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ ਆਪਾਂ ਸਭ ਜਣ। ਥੈਂਕ ਯੂ ਪਿਤਾ, ਥੈਂਕ ਯੂ ਪ੍ਰਭੂ। ਅਸੀਂ ਪਹਿਲਾਂ ਆਨਲਾਈਨ ਦੇ ਲਈ ਪ੍ਰੇਅਰ ਕਰਨੇ ਹਾਂ। ਅਸੀਂ ਪਹਿਲਾਂ ਆਨਲਾਈਨ ਦੇ ਲਈ ਪ੍ਰੇਅਰ ਕਰਦੇ ਹਾਂ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ, ਜਿੱਥੇ ਜਿੱਥੇ ਵੀ ਤੇਰੇ ਦਾਸ ਦੀ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਆਵਾਜ਼ ਗਈ ਹੈ, ਤੇਰਾ ਪਵਿੱਤਰ ਕਲਾਮ ਗਿਆ ਪਿਤਾ ਪਰਮੇਸ਼ਵਰ, ਉਸ ਪਵਿੱਤਰ ਕਲਾਮ ਦੇ ਦੁਆਰਾ ਸੁਣਨ ਵਾਲੇ ਜ਼ਿੰਦਗੀਆਂ ਦੇ ਵਿੱਚ ਬਲੈਸਿੰਗ ਆ ਜਾਵੇ ਪ੍ਰਭੂ ਜੀ। ਯਿਸੂ ਮਸੀਹ ਜੀ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਜਿੰਦਾ ਹੋਣ, ਉਹਨਾਂ ਦੇ ਪਰਿਵਾਰਾਂ ਦੇ ਵਿੱਚ, ਉਹਨਾਂ ਦੇ ਬਿਜ਼ਨਸਾਂ ਦੇ ਵਿੱਚ ਜਿੰਦਾ ਹੋਣ ਪਿਤਾ ਪਰਮੇਸ਼ਵਰ। ਜਿੰਨੇ ਵੀ ਦੁੱਖ ਤੇ ਰੋਗ ਤੇ ਬਿਮਾਰੀਆਂ ਨੇ ਸੁਣਨ ਵਾਲੇ ਦੀ ਜ਼ਿੰਦਗੀ ਦੇ ਵਿੱਚ ਦੂਰ ਹੋ ਜਾਣ ਔਰ ਉਹਨਾਂ ਦੇ ਜੀਵਨ ਪਵਿੱਤਰ ਹੋ ਜਾਣ। ਆਓ ਪਵਿੱਤਰ ਆਤਮਾ ਜੀ ਸਾਰੇ ਸਰੀਰਾਂ ਨੂੰ ਪਵਿੱਤਰ ਕਰ ਦਿਓ। ਧੰਨ ਸੁਆਮੀ ਸਤਿਗੁਰੂ ਯਿਸੂ ਮਸੀਹ ਦੇ ਜਿੰਦਾ ਤੇ ਜਲਾਲੀ ਨਾਮ ਦੇ ਵਿੱਚ ਮੰਗਦੇ ਹਾਂ ਮਿਲ ਕੇ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ। ਆਮੇਨ। ਹੋਰ ਵੀਡੀਓ ਦੇਖਣ ਲਈ ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਦੇ ਫੇਸਬੁੱਕ ਚੈਨਲ ਨੂੰ ਫੋਲੋ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਸੀਂ ਹਰ ਸਮੇਂ ਪਰਮੇਸ਼ਵਰ ਦੇ ਬਚਨਾਂ ਦਾ ਆਨੰਦ ਲੈ ਸਕਦੇ ਹੋ। ਤੁਸੀਂ ਆਪਣਾ ਦਸਵੰਧ ਆਫਰਿੰਗ ਚਰਚ ਬਿਲਡਿੰਗ ਲਈ ਡੋਨੇਸ਼ਨਸ ਇਹਨਾਂ ਬੈਂਕ ਅਕਾਊਂਟ ਜ਼ਰੀਏ ਸਾਡੇ ਕੋਲ ਭੇਜ ਸਕਦੇ ਹੋ। ਸਤਸੰਗ ਦਾ ਸਮਾਂ ਹਰ ਐਤਵਾਰ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪਿੰਡ ਰੇਤਗੜ੍ਹ ਸਮਾਣਾ ਤੋਂ ਪਾਤਰਾ ਰੋਡ ਤੇ ਕੀਤਾ ਜਾਂਦਾ ਹੈ, ਜਿੱਥੇ ਸਾਰਿਆਂ ਦੀ ਸੁਖ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਜੈ ਮਸੀਹ।